ਇਨਕਲਾਬ ਜਿੰਦਾਬਾਦ ਇਹਦੇ ਨਾਲ ਤਾਂ ਨਹੀਂ ਇਨਕਲਾਬ ਆਉਣਾ। ਫਿਰ ਕਰੋ ਪੰਜਾਬ ਦੀ ਸੇਵਾ, ਬਣੋ ਦੇਸ਼ ਭਗਤ, ਬਣੋ ਇਨਕਲਾਬੀ, ਬਣੋ ਭਗਤ ਸਿੰਘ ਦੇ ਚੇਲੇ। ਕਿਉਂ ਪੰਜਾਬ 'ਚ ਮਰਨ ਦਿੰਦੇ ਹੋ ਲੋਕਾਂ ਨੂੰ? ਕਿਉਂ ਨਹੀਂ ਨਿਕਲਦੇ 6 ਵਜੇ ਤੋਂ ਬਾਅਦ? ਮੈਂ ਹੋਮ ਮਿਨਿਸਟਰ ਸੀ, ਮੈਂ ਰਾਤ ਫਿਰਦਾ ਰਿਹਾ ਬਾਰਡਰ ਦੇ ਉੱਤੇ। ਇਹ ਕੰਗ ਜਿਹੜਾ ਇਹ ਜਸਟੀਫਿਕੇਸ਼ਨ ਦੇ ਰਿਹਾ ਕਿ ਮੂਸੇਵਾਲਾ ਜੋ ਮਰਿਆ ਠੀਕ ਮਰਿਆ। ਮੈਂ DGP ਸਾਹਿਬ ਨੂੰ ਕਹਿਣਾ ਕਿ ਬਚਕਾਨਾ ਗੱਲ ਫਿਰ ਦੁਬਾਰਾ ਨਾ ਕਿਤੇ ਕਰ ਦਿਓ ਬੱਚਿਆਂ ਵਾਲੀ। ਪਰ ਅੱਜ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਗਲਤੀ ਕੀਤੀ। 2020 'ਚ ਮੇਰੇ ਕੋਲ ਮੇਰੇ ਨਾਲ ਇਹਦਾ ਮੇਲ ਜੋਲ ਸਟਾਰਟ ਹੋਇਆ। ਉਸ ਵੇਲੇ ਇਹਨੇ ਕਿਹਾ ਕਿ ਥ੍ਰੈਟ ਆ, ਤੇ ਔਰ ਇੱਕ ਮੈਂ ਕਿਹਾ ਯਾਰ ਥ੍ਰੈਟ ਦਾ ਤੈਨੂੰ ਕੀ ਕਹਿੰਦੇ ਕੀ ਨੇ? ਜਿਹੜੇ ਤੁਹਾਡੇ YouTube ਦੇ ਉੱਤੇ ਰਾਈਟਸ ਨੇ ਉਹ ਗਾਣੇ ਜਿਹੜੇ ਉਹ ਸਾਨੂੰ ਟਰਾਂਸਫਰ ਕਰ ਕਹਿੰਦਾ ਜੀ ਚਲੋ 20 ਲੱਖ 10 ਲੱਖ 15 ਲੱਖ ਕੋਈ ਮੰਗੇ ਉਹ ਦੇ ਦਾਂਗੇ, ਤੇ ਇਹ ਤੇ ਸਾਡਾ ਤੇ ਬਿਜ਼ਨਸ ਸਾਰਾ ਇਹ ਲੈ ਗਏ, ਤੇ ਮੈਂ ਉਹਦੇ ਦੀ ਫਿਰ ਗਾਣੇ ਹੀ ਬੋਲਦੇ ਮੈਂ ਰਿਹਾ ਕਰੂੰ। ਤੇ ਉਸ ਵੇਲੇ ਇਹਨੂੰ ਫਿਰ 2 ਗਨਮੈਨ ਦਿੱਤੇ। ਉਦੋਂ ਇਹਨੇ ਇੰਨੇ ਕੀ ਮੰਗੇ, ਫਿਰ ਇਹ ਦੁਬਾਰਾ ਆਇਆ, ਫਿਰ ਇਹਨੂੰ 2 ਦਿੱਤੇ। ਜਿਹੜਾ VVIP ਕਲਚਰ ਕਮਾਲ ਹੋ ਗਿਆ। ਤੇ ਮੁੱਖ ਮੰਤਰੀ ਸਾਹਿਬ ਤੁਸੀਂ ਬਣੋ ਫਿਰ ਆਮ ਆਦਮੀ ਬਣੋ। 1980 ਤੋਂ ਜਿਹੜੇ 80 'ਚ ਚੀਫ ਮਿਨਿਸਟਰ ਬਣਦੀ ਇੱਕ ਗੱਡੀ ਰੱਖਦੇ ਸੀ, ਬਣੋ। ਤੁਸੀਂ ਕੋਈ ਨਹੀਂ ਫੌਜ ਲੈ ਕੇ ਤੁਰੇ ਫਿਰਦੇ ਹੋ। ਕਿਉਂ ਰਾਘਵ ਚੱਡਾ ਨੂੰ ਦਿੱਤੀ ਆ? ਕਿਉਂ 90 ਬੰਦੇ ਕੇਜਰੀਵਾਲ ਨੂੰ ਭੇਜ ਦਿੱਤੇ ਆ? ਕਿਉਂ ਜਰਨੈਲ ਸਿੰਘ ਨੂੰ 25 ਆਦਮੀ ਭੇਜੇ ਨੇ? ਕਿੰਨੀ ਤਾਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਨਹੀਂ ਕਿ ਤੁਸੀਂ ਦੇਖੀ ਆ ਉੱਥੇ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਆਈ, ਕੋਈ ਇੰਨੀ ਦੁਨੀਆ ਵੇਖੀ ਕਿ ਇੱਕਦਮ ਹੀ ਸਾਰਾ ਕੁਝ ਹੀ ਬੰਦ ਕਰ ਦਿਓ। 2500 ਆਦਮੀ ਅੱਜ ਲੱਗਾ। ਤੇ ਇਹੋ ਹੀ ਪ੍ਰਧਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਕਿ ਉਹ ਲੀਡਰ ਨੂੰ ਕਿਹੜੀ ਲੋੜ ਆ? ਲੀਡਰ ਨੂੰ ਤਾਂ ਇਕੱਲੇ ਨੂੰ ਗੱਡੀ 'ਚ ਜਾਣਾ ਚਾਹੀਦਾ, ਆਮ ਆਦਮੀ ਬਣ ਕੇ ਜਾਣਾ ਚਾਹੀਦਾ। ਤੇ ਅੱਜ ਇਹੋ ਹੀ ਆਮ ਦੇ ਖਾਸ ਬਣ ਕੇ ਜਾ ਰਹੇ ਨੇ ਕਿ ਇੰਨੀ ਤੇ ਕਦੀ ਮੈਂ ਆਪਣੀ ਲਾਈਫ 'ਚ ਨਹੀਂ ਵੇਖੀ। ਟੈਰਰਿਜ਼ਮ ਦੇ ਟਾਈਮ 'ਚ ਕਿਸੇ ਨੂੰ ਨਹੀਂ ਦੇਖਿਆ ਕਿ ਇੰਨੀ ਕਦੀ ਫੋਰਸ ਲੱਗੀ ਹੋਏ। ਕਿ ਇੱਦਾਂ ਦੇ ਮੁੱਖ ਮੰਤਰੀ, ਜੇ ਮੁੱਖ ਮੰਤਰੀ ਸਾਹਿਬ ਜੇ ਇੰਨਾ ਹੀ ਖਤਰਾ, ਤੇ ਫਿਰ ਤੇ ਤੁਹਾਨੂੰ ਨਿਕਲਣਾ ਨਹੀਂ ਚਾਹੀਦਾ ਬਾਹਰ। ਬਖਤਰਬੰਦ ਗੱਡੀ ਰੱਖਣੀ ਚਾਹੀਦੀ ਆ, ਉਹ ਜਿਹੜੀ ਆਰਮੀ ਵਾਲਿਆਂ ਕੋਲ ਹੁੰਦੀ ਆ। ਜੇ ਸਿੱਧੂ ਮੂਸੇਵਾਲੇ ਦੇ ਨਾਂ 'ਤੇ ਅਸੀਂ ਹਸਪੀਟਲ ਬਣਾਉਣਾ ਚਾਹੁੰਦੇ ਹਾਂ, ਸਟੇਡੀਅਮ ਬਣਾਉਣਾ ਚਾਹੁੰਦੇ, ਫਿਰ ਉਹਦੇ ਬਾਪ ਨੂੰ ਕਿਉਂ ਨਹੀਂ ਪਾਰਲੀਮੈਂਟ 'ਚ ਭੇਜਣਾ ਚਾਹੁੰਦੇ ਕਿ ਆਹ ਬੰਦਾ ਜਿਹਨੂੰ ਗੈਂਗਸਟਰਾਂ ਨੇ ਜਾਂ ਐਂਟੀ ਨੈਸ਼ਨਲ ਜਿਹੜੇ ਐਲੀਮੈਂਟ ਨੇ ਉਹਨਾਂ ਨੇ ਮਾਰਿਆ, ਤੇ ਭਗਵੰਤ ਮਾਨ ਨੂੰ ਅੱਗੇ ਆਣ ਕੇ ਕਰ ਦੇਣਾ ਚਾਹੀਦਾ ਨਾ। ਤੁਸੀਂ ਉੱਥੇ ਸੀਗੇ ਇਹਦੇ ਸੰਸਕਾਰ 'ਤੇ, ਕਿਤੇ ਉੱਥੇ ਪੋਲੀਟਿਕਸ ਵੇਖੀ ਕਾਂਗਰਸ ਨੂੰ? ਕਦੀ ਕਿਤੇ ਸਾਨੂੰ ਵੇਖਿਆ ਅੱਗੇ ਜਾਂਦੇ ਨੂੰ? ਜੋ ਉਹਨਾਂ ਦੇ ਪਰਿਵਾਰ ਨੇ ਕੀਤਾ ਅਸੀਂ ਉਹ ਕੀਤਾ। ਉਸ ਦਿਨ ਜਿੱਡੀ ਪਬਲਿਕ ਸੀਗੀ, ਤੇ ਜੇ ਕਿਤੇ ਅਸੀਂ 10-15 ਵਿੱਚ ਵੈਸੇ ਲੋਕ ਵਾੜ ਦਿੰਦੇ ਕਿ ਲਾਲਾ ਕਰ ਦਿਓ, ਤੇ ਅਸੀਂ ਆਮ ਆਦਮੀ ਪਾਰਟੀ ਵਾਲੀ ਘਟੀਆ ਇਹ ਪੋਲੀਟਿਕਸ ਨਹੀਂ ਕਰਦੇ। ਆਮ ਆਦਮੀ ਪਾਰਟੀ ਉਹੀ ਚਲਾ ਰਹੇ ਨੇ ਨਾ, ਉਹ ਚਲਾ ਰਹੇ। ਕੀ ਗੱਲ ਉਹ ਜਸਟੀਫਾਈ ਕਰ ਰਿਹਾ ਕਿ ਜਿਹੜਾ ਮੂਸੇਵਾਲਾ ਮਾਰਿਆ ਠੀਕ ਮਾਰਿਆ? ਦੋਸਤੋ, ਤੁਸੀਂ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੇ ਮੈਂ ਸ਼ਸ਼ਵ ਨਾਗਰਾ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ। ਪਿਛਲੇ ਦਿਨ ਜਿਸ ਤਰ੍ਹਾਂ ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਤੇ ਉਸ ਤੋਂ ਬਾਅਦ ਇਸ ਨੂੰ ਲੈ ਕੇ ਵੱਖ-ਵੱਖ ਜਿਹੜੀਆਂ ਚਰਚਾਵਾਂ ਛਿੜ ਜਾਂਦੀਆਂ ਨੇ, ਤੇ ਉਹਨਾਂ ਚਰਚਾਵਾਂ 'ਚੋਂ ਇੱਕ ਚਰਚਾ ਇਹ ਵੀ ਹੈ ਕਿ ਸੱਤਾ ਧਿਰ ਵਾਲੇ ਇਹ ਕਹਿ ਰਹੇ ਨੇ ਕਿ ਓਪੋਜੀਸ਼ਨ ਇਸ ਮਾਮਲੇ ਨੂੰ ਲੈ ਕੇ ਸਿਆਸੀ ਰੋਟੀਆਂ ਸੇਕ ਰਹੀ ਹੈ, ਸਿਆਸਤ ਕਰ ਰਹੀ ਹੈ। ਮੇਰੇ ਨਾਲ ਇਸ ਵਕਤ ਗੱਲਬਾਤ ਕਰਨ ਦੇ ਲਈ ਸਾਬਕਾ ਜੇਲ੍ਹ ਮੰਤਰੀ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ ਮੌਜੂਦ ਨੇ। ਪੰਜਾਬ ਦੇ ਜਿਹੜੇ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਹੋ ਰਹੀ ਹੈ ਉਸ ਨੂੰ ਲੈ ਕੇ ਵੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਸਵਾਗਤ। ਮਿਹਰਬਾਨੀ। ਸਭ ਤੋਂ ਪਹਿਲਾ ਸਵਾਲ ਇਹੀ ਕਿ ਸੱਤਾਧਿਰ ਪਾਰਟੀ ਇਹ ਗੱਲ ਕਹਿ ਰਹੀ ਹੈ ਕਿ ਕਾਂਗਰਸ ਸਿੱਧੂ ਮੂਸੇਵਾਲੇ ਦੀ ਮੌਤ ਤੇ ਰਾਜਨੀਤੀ ਕਰ। ਸੱਤਾਧਾਰੀ ਪਾਰਟੀ 'ਚੋਂ ਇੱਕ ਇਹਨਾਂ ਦਾ ਮਨਿੰਦਰ ਸਿੰਘ ਕੰਗ ਕੇ ਪਤਾ ਨਹੀਂ ਕੀ ਨਾ ਕੰਗ ਮਿਸਟਰ ਕੰਗ ਨੇ ਉਹਨਾਂ ਦਾ, ਔਰ ਉਹ ਤੇ ਨਾਲ ਇਹ ਵੀ ਕਹਿੰਦੇ ਨੇ ਕਿ ਪੋਲੀਟੀਕਲ ਪਾਰਟੀ ਜਾਂ ਕਾਂਗਰਸ ਪਾਰਟੀ। ਮੈਂ ਮਨਿੰਦਰ ਸਿੰਘ ਕੰਗ ਨੂੰ ਪੁੱਛਣਾ ਚਾਹੁੰਦਾ ਕਿ ਸਿੱਧੂ ਮੂਸੇਵਾਲਾ ਕਦੀ ਤੁਹਾਨੂੰ ਮਿਲਿਆ ਸੀ? ਮੇਰੇ ਕੋਲ ਮੇਰੇ ਖਿਆਲ 2020 'ਚ ਮੇਰੇ ਕੋਲ ਮੇਰੇ ਨਾਲ ਇਹਦਾ ਮੇਲ ਜੋਲ ਸਟਾਰਟ ਹੋਇਆ। ਗਿੱਪੀ ਗਰੇਵਾਲ ਇਹ ਸਾਰੇ ਇਕੱਠੇ ਸੀਗੇ, ਤੇ ਉਸ ਵੇਲੇ ਇਹਨੇ ਕਿਹਾ ਕਿ ਅੰਕਲ ਮੈਨੂੰ, ਮੈਂ ਜੇਲ੍ਹ ਮਿਨਿਸਟਰ ਸੀਗਾ, ਕਿ ਆਹ ਇੱਦਾਂ ਮੈਨੂੰ ਥ੍ਰੈਟ ਆ। ਤੇ ਔਰ ਇੱਕ ਮੈਂ ਕਿਹਾ ਯਾਰ ਥ੍ਰੈਟ ਦਾ ਤੈਨੂੰ ਕੀ ਕਹਿੰਦੇ ਕੀ ਨੇ? ਕਹਿੰਦਾ ਇਹ ਕਹਿੰਦੇ ਨੇ, ਕਹਿੰਦਾ ਇਹ ਪੈਸੇ ਨਹੀਂ ਮੰਗਦੇ, ਇਹ ਕਹਿੰਦੇ ਨੇ ਕਿ ਜਿਹੜੇ ਤੁਹਾਡੇ YouTube ਦੇ ਉੱਤੇ ਰਾਈਟਸ ਨੇ ਉਹ ਗਾਣੇ ਜਿਹੜੇ ਉਹ ਸਾਨੂੰ ਟਰਾਂਸਫਰ ਕਰ ਦਿਓ। ਤੇ ਕਹਿੰਦਾ ਜੀ ਚਲੋ 20 ਲੱਖ 10 ਲੱਖ 15 ਲੱਖ ਕੋਈ ਮੰਗੇ ਉਹ ਦੇ ਦਾਂਗੇ, ਤੇ ਇਹ ਤੇ ਸਾਡਾ ਤੇ ਬਿਜ਼ਨਸ ਸਾਰਾ ਹੀ ਲੈ ਗਏ, ਤੇ ਮੈਂ ਉਹਦੇ ਦੀ ਫਿਰ ਗਾਣੇ ਹੀ ਬੋਲਦੇ ਮੈਂ ਰਿਹਾ ਕਰੂੰ। ਤੇ ਉਸ ਵੇਲੇ ਇਹਨੂੰ ਫਿਰ 2 ਗਨਮੈਨ ਦਿੱਤੇ। ਉਦੋਂ ਇਹਨੇ ਇੰਨੇ ਕੀ ਮੰਗੇ, ਫਿਰ ਇਹ ਦੁਬਾਰਾ ਆਇਆ, ਫਿਰ ਇਹਨੂੰ 2 ਦਿੱਤੇ। ਫਿਰ ਜਦੋਂ ਮੈਂ ਹੋਮ ਮਿਨਿਸਟਰ ਬਣਿਆ ਉਦੋਂ ਫਿਰ ਇਹਨੇ ਮੈਨੂੰ ਦਿਖਾਇਆ ਜੀ ਆਹ ਦੇਖ ਲਓ।
ਉਸ ਦਿਨ ਇਹਨੂੰ ਫਿਰ ਇੱਕ ਜਿਪਸੀ ਔਰ ਇੱਕ ਅਜੇ ਕੋਈ ਟਿਕਟ ਦੇਣ ਦਾ ਕੋਈ ਪਲਾਨ ਨਹੀਂ ਸੀ, ਕੋਈ ਗੱਲ ਨਹੀਂ ਸੀ, ਕੋਈ ਪੋਲੀਟਿਕਸ ਇਹਨੇ ਜੁਆਇਨ ਨਹੀਂ ਸੀ ਕਰਨੀ। ਅਤੇ ਉਹਦੇ 'ਚ ਕੀਤਾ ਕਦੋਂ ਦੀ ਗੱਲ ਹੈ? ਜਿਸ ਵੇਲੇ ਮੈਂ ਹੋਮ ਮਿਨਿਸਟਰ ਬਣਿਆ ਪਹਿਲੇ ਦਿਨ ਦੀ ਗੱਲ ਹੈ ਕਿ ਉਸ ਦਿਨ ਫਿਰ ਮੇਰੇ ਕੋਲ ਆਇਆ, ਕਹਿੰਦਾ ਜੀ ਆ ਇਹਦੇ ਫਾਦਰ ਵੀ ਨਾਲ ਸੀਗੇ ਅਤੇ ਉਹ ਕਹਿੰਦੇ ਜੀ ਆ ਫੇਰ ਆਈ ਆ। ਅਤੇ ਮੈਂ ਕਿਹਾ ਹੁਣ ਤਾਂ ਮੇਰੇ ਕੋਲ ਦੱਸ। ਕਹਿੰਦੇ ਜੀ ਮੈਨੂੰ ਕੋਈ 2 ਗਨਮੈਨ ਦੇ ਦਿਓ। ਮੈਂ ਕਿਹਾ 2 ਕਾਹਨੂੰ, ਤੂੰ 6 ਲੈ ਕਿ ਤੈਨੂੰ ਐਡਾ ਵੱਡਾ ਤੂੰ ਸਿੰਗਰ ਆ। ਅਤੇ ਮੈਂ ਕਿਹਾ ਯਾਰ ਮੈਨੂੰ ਤਾਂ ਖੁਸ਼ੀ ਇਸ ਗੱਲ ਦੀ ਆ ਕਿ ਤੂੰ ਪੱਗ ਬੰਨ੍ਹ ਕੇ ਗਾਉਂਦਾ, ਅਤੇ ਦੂਸਰੀ ਖੁਸ਼ੀ ਮੈਨੂੰ ਇਹ ਗੱਲ ਦੀ ਕਿ ਤੂੰ ਲੱਚਰ ਨਹੀਂ ਗਾਣਾ ਬੋਲਦਾ, ਕੋਈ ਜਿੱਦਾਂ ਦੇ ਕਹਿੰਦੇ ਕਿ ਭਾਬੀ ਇਹ ਕਿੱਥੇ ਚਲੀ ਗਈ ਅਤੇ ਪਰ ਇਹ ਵੈਣ ਨਹੀਂ ਪਾਉਂਦਾ। ਅਤੇ ਮੈਂ ਇਹਨੂੰ ਵੈਸੇ ਮਜ਼ਾਕ 'ਚ ਇਹੋ ਜਿਹੀਆਂ ਗੱਲਾਂ ਕੀਤੀਆਂ। ਮੈਂ ਯਾਰ ਤੂੰ ਤਾਂ ਬਹੁਤ ਵਧੀਆ ਮੁੰਡਾ, ਅਤੇ ਮੈਂ ਕਿਹਾ ਥੋੜ੍ਹਾ ਜਿਹਾ ਨਾ ਤੂੰ ਮੈਨੂੰ ਇੱਦਾਂ ਨਾ ਕਿ ਦੇਸੀ ਜਿਹੀ ਜਿਹੜੀ ਤੂੰ ਬੋਲਦਾ ਨਾ ਜਦੋਂ, ਅਤੇ ਮੈਂ ਕਿਹਾ ਬੜਾ ਵਧੀਆ। ਮੈਂ ਨਾਲ ਇਹ ਵੀ ਕਿਹਾ ਮੈਂ ਰਣਜੀਤ ਬਾਵਾ ਵੇ ਕਿੱਡਾ ਵਧੀਆ, ਮੈਂ ਤਾਂ ਉਹਦੀ ਐਕਟਿੰਗ ਦੇਖਦਾ ਅਤੇ ਮੈਂ ਯਾਰ ਮੈਨੂੰ ਉਹ ਵੀ ਬੜਾ ਵਧੀਆ ਲੱਗਦਾ। ਅਤੇ ਤਿੰਨਾਂ ਚੌਂ ਦੇ ਮੈਂ ਲਿਆ, ਗੁਰਨਾਮ ਭੁੱਲਰ ਦਾ ਵੀ ਲਿਆ। ਮੈਂ ਕਿਹਾ ਤੁਸੀਂ ਪੰਜਾਬ ਦੇ ਮੁੰਡੇ ਵਧੀਆ ਚੱਲ ਪਿਓ, ਗਿੱਪੀ ਗਰੇਵਾਲ ਵਧੀਆ ਚੱਲ ਗਿਆ, ਅਤੇ ਮੈਂ ਕਿਹਾ ਯਾਰ ਇਹੋ ਜਿਹੀਆਂ ਚੀਜ਼ਾਂ ਬਣਾਓਗੇ ਪੰਜਾਬ ਦੇ ਵਿੱਚ ਵਧੀਆ ਫਿਲਮਾਂ ਜਿਹੜੀਆਂ ਉਹ ਲੈ ਕੇ ਆਓ। ਅਤੇ ਗੱਲਾਂ ਇਹ ਕਰਕੇ ਚਲਾ ਗਿਆ। ਅਤੇ ਇਹ ਕਹਿਣਾ ਕਿ ਪੋਲੀਟਿਕਸ ਕਰਨਾ, ਮੈਂ ਇੱਕ ਚੀਜ਼, ਤੁਸੀਂ ਉੱਥੇ ਸੀਗੇ ਇਹਦੇ ਸੰਸਕਾਰ 'ਤੇ, ਕਿਤੇ ਉੱਥੇ ਪੋਲੀਟਿਕਸ ਵੇਖੀ ਕਾਂਗਰਸ ਨੂੰ ਕਦੀ ਕਿਤੇ ਸਾਨੂੰ ਵੇਖਿਆ ਅੱਗੇ ਜਾਂਦਿਆਂ ਨੂੰ? ਜੋ ਉਹਨਾਂ ਦੇ ਪਰਿਵਾਰ ਨੇ ਕੀਤਾ ਅਸੀਂ ਉਹ ਕੀਤਾ। ਉਸ ਦਿਨ ਜਿੱਡੀ ਪਬਲਿਕ ਸੀਗੀ, ਅਤੇ ਜੇ ਕਿਤੇ ਅਸੀਂ 10-15 ਵਿੱਚ ਵੈਸੇ ਲੋਕ ਵਾੜ ਦਿੰਦੇ ਕਿ ਲਾਲਾ ਲਾਲਾ ਕਰ ਦਿਓ, ਅਤੇ ਅਸੀਂ ਆਮ ਆਦਮੀ ਪਾਰਟੀ ਵਾਲੀ ਘਟੀਆ ਅਤੇ ਪੋਲੀਟਿਕਸ ਨਹੀਂ ਕਰਦੇ। ਅਸੀਂ ਹਰ ਚੀਜ਼ ਦੀ ਮਾਰਕੀਟਿੰਗ ਨਹੀਂ ਕਰਦੇ। ਸਾਡੀ ਪਾਰਟੀ ਜਿਹੜੀ ਹੈ ਬੜੀ ਕੁਰਬਾਨੀਆਂ ਨਾਲ ਬਣੀ ਆ। 200 ਸਾਲ ਸਾਡੀ ਪੁਰਾਣੀ ਪਾਰਟੀ ਆ, ਅਤੇ ਸਾਡੀ ਅਜੇ 5 ਮਹੀਨਿਆਂ ਵਾਲੀ ਪੈਦਾਇਸ਼ ਥੋੜ੍ਹੀ ਆ ਕਿ 5 ਮਹੀਨੇ ਦੇ ਬੱਚੇ ਨਹੀਂ ਅਸੀਂ ਪੌਣੇ 200 ਸਾਲ ਦੀ ਸਾਡੀ ਉਮਰ ਆ। ਇਸ ਕਰਕੇ ਅਸੀਂ ਇਨ ਘਟੀਆ ਪੋਲੀਟਿਕਸ ਕਦੀ ਵੀ ਨਹੀਂ ਕਰਾਂਗੇ। ਬਕਾਇਦਾ ਇੱਕ ਵੀਡੀਓ ਦਿਖਾਉਂਦੇ ਨੇ, ਚਲੋ ਉਹਦੇ ਵਿੱਚ ਕਾਂਗਰਸ ਤਾਂ ਨਹੀਂ ਸੀ, ਕਿ ਪਹਿਲਾਂ ਇਹ ਸਾਰੇ ਸਿੱਧੂ ਮੂਸੇਵਾਲਾ ਨੂੰ ਗਾਇਕੀ ਨੂੰ ਲੈ ਕੇ ਕਿ ਲੱਚਰ ਗੀਕ ਨੇ, ਹਾਲਾਂਕਿ ਕਈਆਂ ਵੱਲੋਂ, ਕਈ ਸਿਆਸਤਦਾਨਾਂ ਵੱਲੋਂ ਗੈਂਗਸਟਰ ਤੱਕ ਕਿਹਾ ਗਿਆ। ਮੈਂ ਇੱਕ ਚੀਜ਼ ਦੱਸਣੀ ਚਾਹੁੰਦਾ ਕਿ ਆਮ ਆਦਮੀ ਪਾਰਟੀ ਉਹੀ ਚਲਾ ਰਹੇ ਨੇ ਨਾ, ਉਹ ਚਲਾ ਰਹੇ। ਕੀ ਗੱਲ ਉਹ ਜਸਟੀਫਾਈ ਕਰ ਰਿਹਾ ਕਿ ਜਿਹੜਾ ਮੂਸੇਵਾਲਾ ਮਾਰਿਆ ਠੀਕ ਮਾਰਿਆ? ਇਹ ਜਸਟੀਫਿਕੇਸ਼ਨ ਦੇਣਾ ਚਾਹੁੰਦੇ ਨੇ? ਸ਼ਰਮ ਆਉਣੀ ਚਾਹੀਦੀ ਆ। ਤੁਹਾਡੇ ਕੋਲ ਮੈਂ ਇਹੋ ਕੁਐਸਚਨ ਪੁੱਛਿਆ ਕਿ ਇਹ ਜਸਟੀਫਾਈ ਇਹੋ ਚਲਾਉਂਦੇ ਨੇ। ਵੇਖੋ ਜਦੋਂ ਪੋਲੀਟੀਕਲ ਪਾਰਟੀਆਂ, ਕਾਂਗਰਸ ਦਾ ਕੈਂਡੀਡੇਟ ਸੀ ਸੁਖਬੀਰ ਹੋਣਾ ਦਾ ਬੋਲਣਾ ਰਾਈਟ ਬਣਦਾ, ਜੋ ਮਰਜ਼ੀ ਕਰਨ, ਪ੍ਰੋਟੈਕਸ਼ਨ ਦੇਣਾ ਗਵਰਨਮੈਂਟ ਦਾ ਕੰਮ ਆ। ਇਹਦਾ ਮਤਲਬ ਇਹ ਕੰਗ ਜਿਹੜਾ ਇਹ ਜਸਟੀਫਿਕੇਸ਼ਨ ਦੇ ਰਿਹਾ ਕਿ ਮੂਸੇਵਾਲਾ ਜੋ ਮਰਿਆ ਠੀਕ ਮਰਿਆ। ਕੀ ਸ਼ਰਮ ਵਾਲੀ ਗੱਲ ਹੈ? ਏਡੀ ਮੇਰੇ ਖਿਆਲ ਆਪ ਦਿਮਾਗ ਹੀ ਹੈ ਨਹੀਂ। ਕਿਸੇ ਦਾ ਜਵਾਨ ਪੁੱਤ, ਕੱਲਾ ਪੁੱਤ, ਪੰਜਾਬ ਦਾ ਮਾਨ ਸੀਗਾ, ਜਿਹੜਾ ਸਾਡੇ ਕੋਲ ਚਲਾ ਗਿਆ, ਅਤੇ ਇਹੋ ਜਿਹੀਆਂ ਗੱਲਾਂ ਕਰਨੀਆਂ ਮੇਰੇ ਖਿਆਲ ਸ਼ੋਭਾ ਨਹੀਂ ਦਿੰਦੀਆਂ। ਤੁਸੀਂ ਗ੍ਰਹਿ ਮੰਤਰੀ ਹੋ, ਕਿੰਨੀ ਹਾਸੋਹੀਣੀ ਗੱਲ ਹੈ ਜਦੋਂ ਪੁਲਿਸ ਪ੍ਰਸ਼ਾਸਨ ਇਹ ਗੱਲ ਕਹਿ ਦਿੰਦਾ ਹੈ ਕਿ ਸ਼ਾਇਦ ਸਿੱਧੂ ਮੂਸੇਵਾਲੇ ਦੀ ਗਲਤੀ ਕਰਕੇ ਸਾਰਾ ਕੁਝ ਹੋ ਗਿਆ, ਕਿਉਂਕਿ ਉਹਨਾਂ ਕੋਲੇ ਬੁਲੇਟ ਪ੍ਰੂਫ ਗੱਡੀ ਵੀ ਸੀ ਅਤੇ ਜਿਹੜੇ 2 ਗਨਮੈਨ ਸੀ ਉਹ ਨਹੀਂ ਨਾਲ ਲੈ ਕੇ ਗਏ। ਪਰ ਜਿਸ ਤਰੀਕੇ ਦੇ ਨਾਲ ਹਮਲਾਵਰ ਆਏ, ਜਿਸ ਤਰੀਕੇ ਦੇ ਨਾਲ ਉਹਨਾਂ ਕੋਲੇ ਜਿਹੜੀ ਘਾਤਕ AN-94 ਰਾਈਫਲ ਆਈ, ਉਹ ਕਿੱਥੋਂ ਆਈ? ਉਸ ਚੀਜ਼ ਨੂੰ ਇਹ ਗੱਲ ਕਹੀ, ਇਹ ਨਲਾਇਕੀ ਮੈਂ ਸਮਝਦਾ ਪੰਜਾਬ ਪੁਲਿਸ ਦੀ, ਔਰ ਜਿਹੜੇ ਆਫਿਸਰ ਨੇ ਇਹ ਸਟੇਟਮੈਂਟ ਦਿੱਤੀ ਆ DGP ਪੰਜਾਬ ਨੇ, ਅਤੇ ਮੈਂ ਸਮਝਦਾ ਬੜੀ ਇਮੈਚਿਓਰ DGP ਨੇ ਇਹ ਦਿੱਤੀ ਆ। ਇਹ DGP ਮੈਂ ਹੀ ਅਪੁਆਇੰਟ ਕਰਕੇ ਗਿਆ, ਕਿਉਂਕਿ ਮੇਰੇ ਵੱਲੋਂ ਜਾਣੀ ਸੀ ਫਾਈਲ, ਚੀਫ ਮਿਨਿਸਟਰ ਕੋਲ ਜਾਣੀ ਸੀ। ਅਸੀਂ ਜੋ ਮੈਰਿਟ ਦੇ ਸੀਨੀਅਰਿਟੀ ਦੇ ਹਿਸਾਬ ਨਾਲ, ਪਰ ਅੱਜ ਮੈਨੂੰ ਸ਼ਰਮ ਆਉਂਦੀ ਹੈ ਕਿ ਮੈਂ ਗਲਤੀ ਕੀਤੀ, ਕਿ ਨੈਕਸਟ ਸਾਨੂੰ ਲੈਣਾ ਚਾਹੀਦਾ ਸੀ। ਇੰਨਾ ਇਮੈਚਿਓਰ, ਇੰਨਾ ਇਨਕੈਪੇਬਲ ਬੰਦਾ ਨਹੀਂ ਸੀ ਸਾਨੂੰ ਲਾਉਣਾ ਚਾਹੀਦਾ। ਇਹ ਗਲਤੀ ਹੋ ਗਈ ਆ। ਦੂਸਰੀ ਚੀਜ਼ ਜਿਹੜੀ ਆ, ਇਹਨਾਂ ਨੇ ਜਿਹੜੀ ਕਹੀ ਹੈ ਕਿ ਬੁਲਟ ਪ੍ਰੂਫ ਕਾਰ ਸੀ, DGP ਸਾਹਿਬ ਬੁਲਟ ਪ੍ਰੂਫ ਕਾਰ ਉਹਨੇ ਆਪਣੀ ਬਣਾਈ ਆ, ਗੌਰਮੈਂਟ ਨੇ ਨਹੀਂ ਦਿੱਤੀ। ਫॉर ਯੂਰ ਕਾਈਂਡ ਇਨਫੋਰਮੇਸ਼ਨ ਕਿ ਤੁਸੀਂ ਪੁਲਿਸ ਅਕੈਡਮੀ 'ਚ ਤੁਹਾਨੂੰ ਜਦੋਂ ਟ੍ਰੇਨਿੰਗ ਦਿੱਤੀ ਆ, ਜਾਂ ਤੁਸੀਂ ਪੁਲਿਸਿੰਗ ਜਿਹੜੀ ਹੁੰਦੀ ਆ ਜਾਂ ਸਿਕਿਉਰਿਟੀ ਬਾਰੇ ਜਿਹੜੀ ਗੱਲ ਹੁੰਦੀ ਆ, ਬੁਲਟ ਪ੍ਰੂਫ ਕਾਰ ਮੀਨਸ ਕਿ ਤੁਸੀਂ ਇੱਕ ਸੇਫ ਥਾਂ ਦੇ ਵਿੱਚ ਬੈਠ ਕੇ, ਤੁਹਾਨੂੰ ਕੋਈ ਅਟੈਕ ਕਰੇਗਾ, ਤੁਹਾਨੂੰ ਅਟੈਕ ਨਹੀਂ ਹੋ ਸਕਦਾ, ਗੋਲੀ ਨਹੀਂ ਲੱਗ ਸਕਦੀ। ਅਤੇ ਜਦੋਂ ਗਨਮੈਨ 2 ਦਿੱਤੇ ਨੇ, 2 ਗਨਮੈਨਾਂ 'ਚੋਂ ਆਪੇ ਭਗਵੰਤ ਮਾਨ ਹੋਣਾ ਨੇ ਸਟੇਟਮੈਂਟ ਦਿੱਤੀ ਕਿ ਅਸੀਂ ਇਹਨਾਂ ਕੋਲ 8 ਘੰਟੇ ਡਿਊਟੀ ਲਵਾਂਗੇ। ਤੁਸੀਂ ਸਾਰਿਆਂ ਨੇ ਫਲੈਸ਼ ਕੀਤੀ। ਜਿਸ ਦਿਨ ਇਹਨਾਂ ਨੇ ਸਹੁੰ ਚੁੱਕੀ ਉਹਦੇ ਕੋਲ ਪਤਾ ਨਹੀਂ ਇੱਕ ਦਿਨ ਪਹਿਲਾਂ ਕਿ ਇੱਕ ਦਿਨ ਬਾਅਦ ਦੀ ਗੱਲ ਹੈ, ਇਹ ਮੈਨੂੰ ਯਾਦ ਨਹੀਂ, ਪਰ ਇਹ ਸਟੇਟਮੈਂਟ ਆਈ ਸੀ। ਉਹਦੇ 'ਚ ਫਿਰ ਇੱਕ ਚੀਜ਼ ਜਿਹੜੀ ਹੈ ਕਿ 12 ਘੰਟੇ ਜੇ ਉਹ ਡਿਊਟੀ ਦੇ ਰਿਹਾ, ਅਤੇ ਇੱਕ ਨੇ ਇੱਕ ਹੀ ਦੇਗਾ ਨਾ, ਅਤੇ ਇੱਕ ਬੰਦਾ ਤੁਸੀਂ ਬੁਲਟ ਪ੍ਰੂਫ ਕਾਰ 'ਚ ਬਿਠਾ ਲਓ ਅਤੇ ਅਟੈਕ ਹੁੰਦਾ,
ਦਰਵਾਜ਼ਾ ਖੋਲੋਗੇ ਤੁਸੀਂ ਤੇ ਆਪ ਉਹਨਾਂ ਨੂੰ ਦੇ ਦਿੱਤਾ ਕਿ ਲੈ ਲਾ ਵੀ ਖੋਲ ਦਿੱਤਾ ਇਹ ਦਰਵਾਜ਼ਾ, ਇਹਨੂੰ ਮਾਰ ਲਾ ਜੇ ਮਾਰਨਾ ਤੇ। ਉਸ ਸੇਫਟੀ ਵਾਈਜ਼ ਵੀ ਦਰਵਾਜ਼ਾ ਖੋਲ੍ਹਿਆ ਨਹੀਂ ਜਾਂਦਾ, ਡੋਰ ਖੋਲ੍ਹਿਆ ਨਹੀਂ ਜਾਂਦਾ। ਉਹਦੇ ਲਈ ਬੁਲਟ ਪ੍ਰੂਫ ਕਾਰ ਲਈ ਮੈਂ DGP ਸਾਹਿਬ ਨੂੰ ਕਹਿਣਾ ਕਿ ਬਚਕਾਨਾ ਗੱਲ ਫਿਰ ਦੁਬਾਰਾ ਨਾ ਕਿਤੇ ਕਰ ਦਿਓ ਬੱਚਿਆਂ ਵਾਲੀ, ਇਸ ਤਰੀਕੇ ਨਾਲ ਤਾਂ ਕਿ ਤੁਸੀਂ ਸੀਨੀਅਰ ਆਫੀਸਰ ਹੋ, 2 ਸਾਲ ਤੁਹਾਡੇ ਰਹਿ ਗਏ ਰਿਟਾਇਰਮੈਂਟ 'ਚ। ਪੰਜਾਬ ਦੀ ਸੈਂਸਿਟਿਵ ਸਟੇਟ ਨੂੰ ਬੜਾ ਪ੍ਰਾਈਡ ਮੰਨਿਆ ਜਾਂਦਾ ਸੀ ਜਿਹੜਾ DGP ਪੰਜਾਬ ਦਾ ਜਾਂ IG ਬਣਦਾ ਸੀ। ਬੜੀ ਵੱਡੀ ਗੱਲ ਆ ਪੰਜਾਬ ਦਾ DGP ਜਾਂ IG ਬਣਨਾ। ਤੇ ਉਹਦੇ 'ਚ ਇਹ ਸਕਾਡ ਜਿਹੜੀ ਆ ਉਹਨੂੰ ਬੁਲਟ ਕਾਰ ਦੇ ਪਿੱਛੇ ਰਹਿੰਦੀ ਆ। ਇਹਨਾਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਥੋੜ੍ਹੀ ਸੋਚ ਸਮਝ ਕੇ ਸਟੇਟਮੈਂਟ ਦੇਣ। ਤੁਹਾਡੇ ਪਾਰਟੀ ਦੇ ਪ੍ਰਧਾਨ ਕਹਿੰਦੇ, ਅੱਜ ਉਹਨਾਂ ਨਾਲ ਇੰਟਰਵਿਊ ਕਰ ਰਹੇ ਸੀ, ਉਹ ਵੀ ਇਹੀ ਗੱਲ ਕਹਿ ਰਹੇ ਨੇ, ਕਹਿੰਦੇ ਇਸ ਹਿਸਾਬ ਦੇ ਨਾਲ ਤਾਂ ਫਿਰ ਜਿਹੜੀ ਇੰਟੈਲੀਜੈਂਸ ਹੈ ਉਹ ਵਿੰਗ ਹੈ ਉਹਨੂੰ ਭੰਗ ਕਰ ਦੇਣਾ ਚਾਹੀਦਾ। ਜੇ ਇਸ ਤਰੀਕੇ ਦੇ ਨਾਲ ਪਹਿਲਾਂ ਸਿਕਿਉਰਿਟੀ ਕਿਉਂ ਵਾਪਸ ਲਈ ਗਈ? ਇਹੀ ਨਹੀਂ ਇੰਟੈਲੀਜੈਂਸ ਨੂੰ ਪਤਾ ਸੀ ਕਿ ਥ੍ਰੈਟ ਹੈ? ਜਿਹੜੀ ਇੰਟੈਲੀਜੈਂਸ ਨੂੰ ਇਹ ਨਹੀਂ ਪਤਾ ਕਿ ਸਾਡੇ ਉੱਤੇ ਅਟੈਕ ਹੋ ਰਿਹਾ RPG ਦਾ ਰਾਕਟ ਲਾਂਚਰ ਜਿਹੜਾ ਆਇਆ, ਔਰ ਪੰਜਾਬ ਦੇ ਵਿੱਚ ਫਸਟ ਟਾਈਮ ਇਹ ਰਾਕਟ ਲਾਂਚਰ ਆਇਆ ਟੈਰਰਿਜ਼ਮ ਦੇ ਟਾਈਮ 'ਤੇ ਨੇ। ਅਤੇ ਇਹ ਤਾਂ ਪ੍ਰਧਾਨ ਜੀ ਨੂੰ ਮੈਂ ਕਹਿਣਾ ਕਿ ਪ੍ਰਧਾਨ ਜੀ ਜੇ ਇਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਉੱਤੇ ਅਟੈਕ ਹੋਣਾ, ਉਹ ਬਾਕੀਆਂ ਦਾ ਅਟੈਕ ਕਿੱਥੋਂ ਕਰਨਗੇ? ਉਹਨਾਂ ਨੂੰ ਜਿਹੜੇ ਮੈਂ ਕਾਫੀ ਕੰਮ ਉਲਝ ਗਿਆ, ਤਾਣੀ ਉਲਝ ਗਈ ਆ ਕਿ ਪੋਲੀਟੀਕਲ ਜਿਹੜੀ ਆ ਕੰਟਰੋਲ ਖਤਮ ਹੋ ਗਿਆ। ਅੱਜ ਭਗਵੰਤ ਮਾਨ ਮਿਲ ਕੇ ਆਏ ਨੇ, ਇੱਕ ਸੋਸ਼ਲ ਮੀਡੀਆ ਤੇ ਇਹ ਵੀ ਚੀਜ਼ ਟ੍ਰੈਂਡ ਕਰ ਰਹੀ ਹੈ ਕਿ ਸੁਰੱਖਿਆ ਜਿਹੜੀ ਪਿੰਡ ਸੀਗਾ ਸਿੱਧੂ ਮੂਸੇਵਾਲੇ ਦਾ, ਜਿੱਥੇ ਭਗਵੰਤ ਮਾਨ ਹੋਰੇ ਮਿਲਣਗੇ, ਉਹ ਇੱਕ ਛਾਉਣੀ ਦੇ ਵਿੱਚ ਜਿਹੜਾ ਤਬਦੀਲ ਕਰ। ਤੁਹਾਡੇ ਸਾਰੇ ਚੈਨਲਾਂ ਨੇ ਚਲਾਇਆ ਕਿ ਇੱਕ ਪਾਸੇ ਤੁਸੀਂ ਇਸ ਨੂੰ ਮੈਂ ਤੁਹਾਡੇ ਤੋਂ ਹੀ ਜਾਣਨਾ ਚਾਹੁੰਦਾ ਕਿ ਤੁਸੀਂ ਵੀ ਇੱਕ ਗ੍ਰਹਿ ਮੰਤਰੀ ਰਹੇ ਹੋ, ਕਿ ਇਹ ਮੁੱਖ ਮੰਤਰੀ ਦੀ ਸੁਰੱਖਿਆ ਇਹ ਜ਼ਰੂਰੀ ਹੈ, ਇੰਨੀ ਇਹ ਸਾਰਾ ਕੁਝ ਕਰਨਾ ਜ਼ਰੂਰੀ? ਵੇਖੋ, ਜਿਹੜੇ ਮੁੱਖ ਮੰਤਰੀ ਨੇ ਪੁੱਠੇ ਸਿੱਧੇ ਜਵਾਬ ਸਵਾਲ ਕਰ ਦੇਣੇ ਆ, ਤੇ ਜਿਹੜੇ CM ਨੇ ਕਦੀ ਪ੍ਰੈਸ ਦੇ ਸਾਹਮਣੇ ਪ੍ਰੋਟੋਕੋਲ ਵੀ ਹੈ ਨਾ? ਹਾਂਜੀ, ਪ੍ਰੋਟੋਕੋਲ ਵੀ ਹੈ ਕਿ ਇਸ ਤਰੀਕੇ ਦੇ ਥੋੜੀ ਪ੍ਰੋਟੋਕੋਲ ਹੁੰਦਾ ਕਿ ਬਿਲਕੁਲ ਇੰਨੀ ਤਾਂ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਨਹੀਂ ਕਿ ਤੁਸੀਂ ਦੇਖੀ ਆ ਉੱਥੇ ਫਿਰੋਜ਼ਪੁਰ ਪ੍ਰਾਈਮ ਮਿਨਿਸਟਰ ਆਈ, ਕੋਈ ਇੰਨੀ ਦੁਨੀਆ ਵੇਖੀ ਕਿ ਇੱਕਦਮ ਹੀ ਸਾਰਾ ਕੁਝ ਹੀ ਬੰਦ ਕਰ ਦਿਓ। 2500 ਆਦਮੀ ਅੱਜ ਲੱਗਾ, ਅਤੇ ਇਹੋ ਹੀ ਪ੍ਰਧਾਨ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਕਿ ਉਹ ਲੀਡਰ ਨੂੰ ਕਿਹੜੀ ਲੋੜ ਆ, ਲੀਡਰ ਨੂੰ ਤਾਂ ਇਕੱਲੇ ਨੂੰ ਗੱਡੀ 'ਚ ਜਾਣਾ ਚਾਹੀਦਾ, ਆਮ ਆਦਮੀ ਬਣ ਕੇ ਜਾਣਾ ਚਾਹੀਦਾ। ਅਤੇ ਅੱਜ ਇਹੋ ਹੀ ਆਮ ਦੇ ਖਾਸ ਬਣ ਕੇ ਜਾ ਰਹੇ ਨੇ ਕਿ ਇੰਨੀ ਤਾਂ ਕਦੀ ਮੈਂ ਆਪਣੀ ਲਾਈਫ 'ਚ ਨਹੀਂ ਵੇਖੀ। ਟੈਰਰਿਜ਼ਮ ਦੇ ਟਾਈਮ 'ਚ ਕਿਸੇ ਨੂੰ ਨਹੀਂ ਦੇਖਿਆ ਕਿ ਇੰਨੀ ਕਦੀ ਫੋਰਸ ਲੱਗੀ ਹੋਏ ਕਿ ਇੱਦਾਂ ਦੇ ਮੁੱਖ ਮੰਤਰੀ। ਜੇ ਮੁੱਖ ਮੰਤਰੀ ਸਾਹਿਬ ਜੇ ਇੰਨਾ ਹੀ ਖਤਰਾ, ਅਤੇ ਫਿਰ ਤਾਂ ਤੁਹਾਨੂੰ ਨਿਕਲਣਾ ਨਹੀਂ ਚਾਹੀਦਾ ਬਾਹਰ, ਬਖਤਰਬੰਦ ਗੱਡੀ ਰੱਖਣੀ ਚਾਹੀਦੀ ਆ, ਉਹ ਜਿਹੜੀ ਆਰਮੀ ਵਾਲਿਆਂ ਕੋਲ ਹੁੰਦੀ ਆ। ਅਤੇ ਇਹ ਤਾਂ ਮੈਨੂੰ ਅਫਸੋਸ ਆ ਕਿ ਇਲੈਕਸ਼ਨ ਤੋਂ ਪਹਿਲਾਂ ਕੁਝ ਗੱਲਾਂ ਕੀਤੀਆਂ। ਪੰਜਾਬ ਦੇ ਲੋਕਾਂ ਨੂੰ ਸੋਚਣ 'ਤੇ ਮਜਬੂਰ ਹੋ ਗਏ ਨੇ ਕਿ ਅਸੀਂ ਗਲਤੀ ਤਾਂ ਨਹੀਂ ਕਰ ਲਈ। ਇਹਨਾਂ ਪੰਜਾਬੀਆਂ ਨੇ ਹੱਥ ਨਾ ਦਿੱਤੀਆਂ, ਮੂੰਹ ਨਾ ਖੋਲ੍ਹਣਗੇ। ਹਾਲੇ ਤੱਕ ਕੋਈ ਆਫੀਸ਼ੀਅਲ ਬਿਆਨ ਤਾਂ ਨਹੀਂ ਆਇਆ, ਭਗਵੰਤ ਮਾਨ ਮਿਲ ਕੇ ਆਏ ਨੇ ਮੁੱਖ ਮੰਤਰੀ ਪੰਜਾਬ। ਇਹ ਜਿਹੜੀਆਂ ਸੋਰਸਿਸ ਦੱਸ ਰਹੇ ਨੇ ਕਿ ਕੋਈ ਸਟੇਡੀਅਮ ਜਾਂ ਜਿਹੜਾ ਬੰਦਾ ਦੁਨੀਆ ਦੇ ਹੀ ਚਲਾ ਗਿਆ, ਉਦੋਂ ਤੇ 2 ਗਨਮੈਨ ਉਹਦੇ ਕੋਲ ਵਿਡਰਾ ਕਰਕੇ ਇਹੋ ਹੀ ਭਗਵੰਤ ਮਾਨ ਕਹਿੰਦਾ ਮੈਂ ਜਥੇਦਾਰ ਅਕਾਲ ਤਖਤ ਦੀ ਸਿਕਿਉਰਿਟੀ ਵਾਪਸ ਲੈ ਲਈ, ਮੈਂ ਉਹਦੀ ਡੇਰਾ ਬਿਆਸ ਵਾਲਿਆਂ ਦੀ ਲੈ ਲਈ, ਅਤੇ ਪਰਟੀਕੂਲਰਲੀ ਨਾਂ ਲਿਖਿਆ ਕਿ ਮੂਸੇਵਾਲੇ 'ਤੇ ਲੈ ਲਈ। ਇਹਨੂੰ ਚਾਹੀਦਾ ਪਹਿਲਾਂ ਆਯੂਸ਼ੀ ਜਿਹੜੀ ਇਹਨਾਂ ਦੀ ਮੀਡੀਆ ਦੀ ਹੈਗੀ ਹੈ ਪਾਰਟੀ ਦੀ, ਉਹ 'ਤੇ FIR ਕਰੇ ਜਿਹਨੇ ਡਿਸਕਲੋਜ਼ ਕੀਤੀ ਹੈ। 2 ਗਨਮੈਨ ਤੇ ਦੇ ਨਹੀਂ ਸਕਿਆ, ਹੁਣ ਮੈਂ ਆ ਵੀ ਬਣਾ ਦੂੰ, ਮੈਂ ਆ ਵੀ ਬਣਾ ਦੂੰ। ਅਤੇ ਯਾਰ ਇਹ ਤਾਂ ਉਸ ਪਰਿਵਾਰ ਨਾਲ ਮਜ਼ਾਕ ਕਰਨ ਵਾਲੀ ਗੱਲ ਹੈ ਨਾ। ਅਤੇ ਜੇ 2 ਗਨਮੈਨ ਦੇ ਦਿੰਦੇ ਅਤੇ ਕੀ ਉਹ ਮੁੰਡੇ ਦੀ ਜ਼ਿੰਦਗੀ ਨਹੀਂ ਸੀ ਬਚ ਸਕਦੀ? ਅੱਜ ਤੁਹਾਡੇ ਪ੍ਰਧਾਨ ਸਾਹਿਬ ਨੇ ਸਪੋਕਸਮੈਨ ਦੀ ਇੰਟਰਵਿਊ 'ਚ ਇਹ ਗੱਲ ਕਹੀ ਹੈ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਕੁਝ ਅਜਿਹਾ ਕੀਤਾ ਜਾਵੇ, ਜੇ ਪਰਿਵਾਰ ਨੂੰ ਸੱਚੀ ਕੁਝ ਦੇਣਾ ਹੈ ਤਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਜਿਹੜੀ ਜਿਮਨੀ ਚੋਣ ਹੋਣੀ ਹੈ ਕਿ ਸਾਰੇ ਪਾਰਟੀਆਂ ਇੱਕ ਸਾਂਝੇ ਉਮੀਦਵਾਰ ਵਜੋਂ ਜਾਂ ਇੱਕ ਜਿਹੜਾ ਇੰਡੀਪੈਂਡੈਂਟ ਉਮੀਦਵਾਰ ਦੇ ਵਜੋਂ ਬਿਨਾਂ ਇਲੈਕਸ਼ਨ ਤੋਂ ਸਿੱਧਾ ਨੋਮੀਨੇਟ ਕਰਕੇ ਭੇਜਿਆ ਜਾਵੇ। ਇੱਕ ਮਿਸਾਲ ਕਾਇਮ ਕੀਤੀ ਜਾਵੇ ਕਿ ਐਂਟੀ ਨੈਸ਼ਨਲ ਦੇ ਵਿਰੁੱਧ ਅਸੀਂ ਇਕੱਠੇ ਹੋ ਕੇ ਲੜਾਂਗੇ। ਤੁਸੀਂ ਇਹ ਤਾਂ CM ਨੂੰ ਅੱਗੇ ਆਉਣਾ ਚਾਹੀਦਾ, ਕਿਉਂਕਿ ਉਹਨਾਂ ਦਾ ਜ਼ਿਲ੍ਹਾ ਇਲੈਕਸ਼ਨ ਉਹਨਾਂ ਨੇ ਛੱਡੀ ਆ। ਅਤੇ ਜੇ ਕੁਛ ਦੇਣਾ ਹੀ ਆ ਅਤੇ ਸਟੇਡੀਅਮ ਬਣਾਉਣ ਦੀ ਪਰਿਵਾਰ ਰਾਜੀ ਹੋਊਗਾ ਇਸ ਟਾਈਮ? ਕਾਂਗਰਸ ਸਾਨੂੰ ਸਾਨੂੰ ਕੋਈ ਪ੍ਰੋਬਲਮ ਨਹੀਂ। ਇੱਕ ਪਰਿਵਾਰ ਨੂੰ ਸ਼ਰਧਾਂਜਲੀ ਇਹੋ ਹੀ ਆ। ਜੇ ਸਿੱਧੂ ਮੂਸੇਵਾਲੇ ਦੇ ਨਾਂ 'ਤੇ ਅਸੀਂ ਹਸਪੀਟਲ ਬਣਾਉਣਾ ਚਾਹੁੰਦੇ ਹਾਂ, ਸਟੇਡੀਅਮ ਬਣਾਉਣਾ ਚਾਹੁੰਦੇ, ਫਿਰ ਉਹਦੇ ਬਾਪ ਨੂੰ ਕਿਉਂ ਨਹੀਂ ਪਾਰਲੀਮੈਂਟ 'ਚ ਭੇਜਣਾ ਚਾਹੁੰਦੇ ਕਿ ਆਹ ਬੰਦਾ ਜਿਹਨੂੰ ਗੈਂਗਸਟਰਾਂ ਨੇ ਜਾਂ ਐਂਟੀ ਨੈਸ਼ਨਲ ਜਿਹੜੇ ਐਲੀਮੈਂਟ ਨੇ ਉਹਨਾਂ ਨੇ ਮਾਰਿਆ, ਅਤੇ ਭਗਵੰਤ ਮਾਨ ਨੂੰ ਅੱਗੇ ਆਣ ਕੇ ਕਰ ਦੇਣਾ ਚਾਹੀਦਾ ਅਨਾਊਂਸ। ਅਤੇ ਸਾਡਾ ਪ੍ਰੈਜ਼ੀਡੈਂਟ ਨੇ ਜੇ ਗੱਲ ਕੀਤੀ ਹੈ, ਬਿਲਕੁਲ ਅਸੀਂ ਕੈਂਡੀਡੇਟ ਨਹੀਂ ਦੇਵਾਂਗੇ। ਸੰਭਵ ਹੋਊਗਾ ਇਸ ਤਰੀਕੇ ਦੇ ਨਾਲ? ਇਹ ਤਾਂ ਹੁਣ ਉਹਨੂੰ ਪੁੱਛੋ ਚੀਫ ਮਿਨਿਸਟਰ ਨੂੰ, ਮੈਂ ਤਾਂ ਉਹਦੀ ਨਹੀਂ ਨਾ ਕਹਿ ਸਕਦਾ। ਸਾਡੇ ਵੱਲੋਂ ਸੰਭਾਵਨਾ ਹੈਗੀ ਆ। ਪਰ ਤੁਸੀਂ ਡੈਮੋਕ੍ਰੇਸੀ ਦੇ ਵਿੱਚ ਇਹ ਵੱਡੀ ਗੱਲ ਹੈ ਕਿ ਕਿਸ ਤਰੀਕੇ ਦੇ ਨਾਲ ਨੋਮੀਨੇਸ਼ਨ ਹੋ ਸਕਦਾ, ਕੋਈ ਹੋਰ ਨਹੀਂ ਹੋਰ ਕੋਈ ਆਜ਼ਾਦ ਉਮੀਦਵਾਰ ਭਰ ਦੇ? ਉਹ ਤਾਂ ਕਿਸੇ ਦੀ ਮਰਜ਼ੀ ਆ।
ਕਿਸੇ ਦੀ ਮਰਜ਼ੀ ਹੈ, ਪਰ ਜਿਹੜੀਆਂ ਮੇਨ ਪਾਰਟੀਆਂ ਨੇ ਉਹਨਾਂ ਨੂੰ ਇਹਦੇ ਸੋਚਣਾ ਪਏਗਾ ਬੈਠ ਕੇ। ਆਮ ਆਦਮੀ ਪਾਰਟੀ ਕਰੇ ਪਹਿਲ ਤੇ ਫਿਰ ਆਜ਼ਾਦ ਵੀ ਕਿੱਥੋਂ ਖੜੇ ਹੋ ਜਾਣਗੇ। ਤੁਸੀਂ ਜਥੇਦਾਰ ਹੋਰਾਂ ਦੀ ਗੱਲ ਕੀਤੀ ਹੈ, ਸੈਂਟਰ ਵੱਲੋਂ ਜੈਡ ਸਿਕਿਉਰਿਟੀ ਦੀ ਪੇਸ਼ਕਸ਼ ਕੀਤੀ ਗਈ ਹੈ, ਹਾਲਾਂਕਿ ਕੀਤੀ ਉਹਨਾਂ ਨੇ ਦੇ ਦਿੱਤੀ ਆ Z+। ਇਹ ਵੇਖੋ ਜਿਹੜੇ ਵੱਡੇ ਜਿਹੜੇ ਪਹਿਲਾਂ ਇਨਕਾਰ ਕਰ ਦਿੱਤਾ ਗਿਆ ਸੀ ਪੰਜਾਬ ਤੋਂ ਲੈਣ ਦੇ ਲਈ। ਸਰਕਾਰ ਨੂੰ ਜਦੋਂ ਪੰਜਾਬ ਸਰਕਾਰ ਨੇ ਵਾਪਸ ਲੈ ਲਈ ਤੇ ਜਥੇਦਾਰ ਅਕਾਲ ਤਖਤ ਕਹਿੰਦੇ ਚੰਗਾ ਜੀ ਤੁਹਾਡੀ ਮਿਹਰਬਾਨੀ, ਤੁਸੀਂ ਮੈਨੂੰ ਵਾਪਸ ਭੇਜ ਦਿੱਤੀ ਹੈ। ਅਕਾਲ ਤਖਤ ਸਾਡੀ ਸੁਪਰੀਮ ਆ, ਉਥੋਂ ਦੇ ਜਥੇਦਾਰ ਸਾਹਿਬ ਦੀ ਰਿਸਪੈਕਟ ਕਰਨਾ, ਉਸ ਤਖਤ ਦੇ ਸਾਹਮਣੇ ਅਸੀਂ ਸਾਰੇ ਸਿਰ ਝੁਕਾਉਂਦੇ ਹਾਂ। ਉਸ ਤਖਤ ਦੇ ਜਿੰਨੇ ਸਿੱਖ ਹੈ ਜਾਂ ਆਪਣੇ ਸਿੱਖ ਕਹਿ ਰਿਹਾ, ਮੈਂ ਸਿੰਘ ਨਹੀਂ ਕਹਿ ਰਿਹਾ, ਮੈਂ ਸਿੱਖ ਕਹਿ ਲੈ, ਜਿਹੜੇ ਨਾਨਕ ਨਾਮ ਲੇਵਾ ਨੇ ਉਹ ਸਾਰੇ ਉਸ ਤਖਤ ਦੇ ਅੱਗੇ ਆਪਣਾ ਸੀਸ ਨਵਾ ਕੇ ਜੋ ਹੁਕਮ ਹੁੰਦਾ ਉਹਨੂੰ ਲੈਂਦੇ ਨੇ। ਅਤੇ ਉੱਥੋਂ ਦੇ ਚੀਜ਼ ਜਥੇਦਾਰ ਦੀ ਸਿਕਿਉਰਿਟੀ ਵਾਪਸ ਲੈਣੀ ਅਤੇ ਫਿਰ ਕਹਿ ਦੇਣਾ ਜਦੋਂ ਦੇ ਕਦਮ ਨੂੰ ਕਿਸ ਤਰ੍ਹਾਂ ਦੇ ਜਦੋਂ ਰੌਲੀ ਪੈ ਗਈ ਤਾਂ ਉਹਨੂੰ ਕਹਿੰਦੇ ਅਸੀਂ ਵਾਪਸ ਕਰ ਦਿੱਤੀ। ਮੈਂ ਕਹਿੰਦਾ ਜਥੇਦਾਰ ਸਾਹਿਬ ਨੇ ਉਦੋਂ ਬਿਲਕੁਲ ਠੀਕ ਕੀਤਾ। ਜਥੇਦਾਰ ਅਕਾਲ ਤਖਤ ਦੀ ਜਾਨ ਨੂੰ ਖਤਰਾ ਨਹੀਂ ਹੁੰਦਾ, ਉਹ ਰਿਸਪੈਕਟ ਹੁੰਦੀ ਆ। ਜਿੰਨੇ ਆਚਾਰ ਤੁਸੀਂ ਇਹਨਾਂ ਦੇ ਜਿਹੜੇ ਹਿੰਦੂ ਟੈਂਪਲ ਨੇ, ਇਹਨਾਂ ਦੇ ਜਿਹੜੇ ਉਹਨਾਂ ਨੂੰ ਕਹਿ ਦਿੰਦੇ ਕਿ ਅਖਾੜੇ ਨੇ ਜਿਹੜੇ ਵੱਖਰੇ ਵੱਖਰੇ ਇਹਨਾਂ ਦੇ ਹੈਗੇ ਨੇ, ਅਤੇ ਉਹਨਾਂ ਦੇ ਜਿਹੜੇ ਹੈੱਡ ਨੇ ਉਹਨਾਂ ਨੂੰ ਵੀ ਦਿੱਤੀ ਜਾਂਦੀ ਹੈ ਸਿਕਿਉਰਿਟੀ। ਉਹ ਇਸ ਲਈ ਦਿੱਤੀ ਜਾਂਦੀ ਹੈ ਕਿ ਰਿਸਪੈਕਟ ਦੇ ਤੌਰ 'ਤੇ ਦਿੱਤੀ ਜਾਂਦੀ ਆ। ਮੇਰਾ ਸਵਾਲ ਹੈ ਕਿ ਸੈਂਟਰ ਦੇ ਇਸ ਕਦਮ ਨੂੰ ਕਿਸ ਤਰ੍ਹਾਂ ਮੈਂ ਸੈਂਟਰ ਦੇ ਉਹਦੇ 'ਤੇ ਮੈਂ ਆ ਰਿਹਾ, ਮੈਂ ਸੈਂਟਰ ਇਸ ਚੀਜ਼ ਨੂੰ ਮੈਂ ਵੈਲਕਮ ਕਰਦਾ। ਔਰ ਗਵਰਨਮੈਂਟ ਆਫ ਇੰਡੀਆ ਨੇ ਬੜਾ ਵਾਈਜ਼ ਲਿਆ ਇਹ ਜਿਹੜਾ ਸਟੈਪ, ਜਿਹੜਾ ਡਿਸੀਜਨ ਲਿਆ, ਕਿਉਂਕਿ ਪੰਜਾਬ ਗਵਰਨਮੈਂਟ ਨੇ ਆਪਣੀ ਮਾਰਕੀਟਿੰਗ ਕਰਨ ਲਈ ਬੱਲੇ ਬੱਲੇ ਕਰਾਉਣ ਲਈ ਇਹਨਾਂ ਥੱਲੇ ਕਮੈਂਟ ਜਿਹੜੇ ਪਾਉਂਦੇ ਨੇ, ਉਹ AUC ਦੀ ਟੀਮ ਬੈਠੀ ਆ, ਉਹਨੇ ਤਾਂ ਗਾਲਾਂ ਕੱਢੀ ਜਾਣੀਆਂ। ਇਹੋ ਜਿਹੇ ਗੰਦੀ ਲੈਂਗੁਏਜ ਲਿਖਦੇ ਨੇ। ਯਾਰ ਇਹ ਪੰਜਾਬ ਦੀ ਸੱਭਿਅਤਾ ਕਿ ਇਹ ਗੱਲਾਂ ਨੇ। ਅਤੇ ਇਹ ਜਿਹੜੀ ਚੀਜ਼ ਹੈ, ਮੈਂ ਕਹਿੰਦਾ ਗਵਰਨਮੈਂਟ ਆਫ ਇੰਡੀਆ ਨੂੰ ਮੈਂ ਵੈਲਕਮ ਕਰਦਾ। ਔਰ ਉਹਨਾਂ ਦਾ ਜਿਹੜਾ ਰਾਈਟ ਡਿਸੀਜਨ ਆ ਕਿ ਉਹਨਾਂ ਨੇ ਇਹ ਬਹੁਤ ਵੱਡੀ ਗੱਲ ਕੀਤੀ ਹੈ ਕਿ ਘੱਲੂਘਾਰੇ ਵੀਕ ਦੇ ਵਿੱਚ ਇਹ ਸਿਰਫ ਸਰਕਾਰ ਮੁੱਖ ਮੰਤਰੀ ਨੂੰ ਬਚਾਉਣ ਲਈ, ਜਿਹੜੀ ਸਰਕਾਰ ਕਹਿੰਦੀ ਸੀ ਕਿ ਅਸੀਂ ਘੱਲੂਘਾਰੇ ਲਈ ਥੋੜ੍ਹੇ ਦਿਨ ਲਈ ਗਨਮੈਨ ਵਾਪਸ ਲਏ ਸੀ, ਉਹੋ ਹੀ ਸਾਰੇ ਪੰਜਾਬ ਦੀ ਪੁਲਿਸ ਨੇ ਇਕੱਠੀ ਕਰਕੇ ਉਹ ਉੱਥੇ ਮੁੱਖ ਮੰਤਰੀ ਨੂੰ ਲੈ ਕੇ ਜਾ ਰਹੀ ਹੈ। ਇਹ ਤੋਂ ਵੱਡੀ ਸ਼ਰਮ ਵਾਲੀ ਕਿਹੜੀ ਗੱਲ ਹੈ। ਇਸ ਤੋਂ ਇਲਾਵਾ ਤੁਸੀਂ ਜੇਲ੍ਹ ਮੰਤਰੀ ਰਹੇ ਹੋ, ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਇਸ ਤਰੀਕੇ ਦੇ ਨਾਲ ਛਾਪੇਮਾਰੀ ਦੌਰਾਨ ਮੋਬਾਈਲ ਫੋਨ ਜਿਹੜੇ ਫੜੇ ਗਏ ਨੇ, ਕਿਸ ਤਰ੍ਹਾਂ ਦੇਖਦੇ ਹੋ ਕਿ ਇੱਕ ਪਾਸੇ ਤਾਂ ਅਜਿਹਾ ਕੁਛ ਇੰਨਾ ਬੜੇ ਜਿਹੜੇ ਮਿਨਿਸਟਰ ਬਣੇ ਨੇ, ਜੇਲ੍ਹ ਮਿਨਿਸਟਰ ਬੜੇ ਇੰਟੈਲੀਜੈਂਟ ਨੇ, ਉਹਨਾਂ ਦੀ ਮੈਂ ਉਹਦੇ 'ਤੇ ਕੌਮੈਂਟ ਨਹੀਂ ਕੋਈ ਕਰਨਾ ਚਾਹੁੰਦਾ। ਠੀਕ ਹੈ, ਮੈਂ ਤੁਹਾਡੇ ਜਦੋਂ ਮੇਰੇ ਟਾਈਮ 'ਚ ਵੀ ਮੇਰਾ ਕ੍ਰਿਟਿਸਿਜ਼ਮ ਹੀ ਹੁੰਦਾ ਰਿਹਾ, ਮੈਂ ਓਨ ਕਰਦਾ ਰਿਹਾ ਕਿ ਹਾਂ ਮੋਬਾਈਲ ਇੱਕ ਬੜੀ ਵੱਡੀ ਬਿਮਾਰੀ ਆ। ਮੇਰਾ ਖਿਆਲ ਮੈਕਸੀਮਮ ਜੇ ਕਿਨੇ ਫੜੇ ਹੋਣਗੇ ਜੇਲ੍ਹਾਂ 'ਚੋਂ ਉਹ ਮੇਰੇ ਟਾਈਮ 'ਤੇ ਫੜੇ ਨੇ। ਅਤੇ ਤੁਸੀਂ ਮੇਰੇ 'ਤੇ ਬੜੇ ਕਰਦੇ ਰਹੇ ਹੋ ਪ੍ਰੈਸ ਵਾਲੇ ਜੀ, ਇੰਨੇ ਮੋਬਾਈਲ ਫੜੇ ਗਏ, ਅਤੇ ਮੈਂ ਇਹੋ ਕਹਿੰਦਾ ਹੁੰਦਾ ਕਿ ਫੜੇ ਨੇ, ਮੈਂ ਛੱਡੇ ਤਾਂ ਨਹੀਂ। ਅਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਬੜੀ, ਔਰ ਜਿਹੜੀ ਕੱਲ੍ਹ ਦੀ ਜਿਹੜੀ ਫਿਰੋਜ਼ਪੁਰ ਜੇਲ੍ਹ ਦੀ ਆ, ਉਹ ਹਾਈ ਸਿਕਿਉਰਿਟੀ ਜ਼ੋਨ ਦੀ ਆ। ਉਹ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਬੜੀ। ਐਗਜ਼ਾਮਪਲ ਕਿਉਂ ਨਹੀਂ ਸੈੱਟ ਕੀਤੀ ਜਾਂਦੀ? ਤੁਸੀਂ ਵੀ ਰਹੇ ਹੋ ਦੁਬਾਰਾ ਤੋਂ ਇਸ ਤਰੀਕੇ ਦੇ ਨਾਲ, ਕਿਉਂ ਜਵਾਬ ਮੋਬਾਈਲ ਜਿਹੜੇ ਨੇ ਇਹ ਬੜਾ ਡੀਪ ਰੂਟਡ ਹੈਗੀ ਆ, ਕਰੋਨਿਕ ਡਿਜ਼ੀਜ਼ ਆ। ਅੰਦਰੋਂ ਵੀ ਚਲੇ ਜਾਂਦੇ ਨੇ, ਬਾਹਰੋਂ ਦੀਵਾਰ ਤੋਂ ਵੀ ਆ ਜਾਂਦੇ ਨੇ। ਅਤੇ ਇਹਦੇ ਲਈ ਬੜਾ, ਜਿੰਨਾ ਚਿਰ ਇਹ ਉਦੋਂ ਬੰਦ ਹੋਣਗੇ ਜਦੋਂ ਅਸੀਂ ਉੱਥੇ ਨੈਟਵਰਕ ਜੈਮ ਕਰ ਦਾਂਗੇ, ਅਦਰਵਾਈਜ਼ ਦਾ ਕੋਈ ਸਲਿਊਸ਼ਨ। ਜੇ ਸੋਚਣ ਵਾਲੀ ਗੱਲ ਹੈ, ਕੋਈ ਐਡਾ ਵੱਡਾ ਤਾਂ ਇਹਦੇ ਵਿੱਚ ਕੋਈ ਜੇ ਫੋਨ ਨੈਟਵਰਕ ਬੰਦ ਕਰਨੇ ਹੋਣ, ਮੈਨੂੰ ਲੱਗਦਾ ਕੋਈ ਬਹੁਤ ਉਹਦੇ 'ਚ ਇਹ ਹੋ ਜਾਂਦਾ ਕਿ 2-2.5-3 ਕਿਲੋਮੀਟਰ ਤੱਕ ਸਾਰਾ ਹੀ ਨੈਟਵਰਕ ਜੈਮ ਹੁੰਦਾ। ਫਿਰ ਆਮ ਪਬਲਿਕ ਨੂੰ ਜਿਹੜੀ ਆ ਬੜੀ ਵੱਡੀ ਪ੍ਰੋਬਲਮ ਆ ਜਾਂਦੀ ਹੈ। ਪਰ ਇਹਦੇ ਲਈ ਕੋਈ ਇਹੋ ਜਿਹਾ ਸਿਸਟਮ ਕੱਢਣਾ ਪਏਗਾ। ਜੇ ਐਕਸਟੋਰਸ਼ਨ ਜੇ ਕੋਈ ਰੋਕਣਾ, ਮੈਂ ਐਕਸਪੈਰੀਮੈਂਟ ਕੀਤਾ ਫਿਰੋਜ਼ਪੁਰ ਉੱਥੇ ਬਠਿੰਡਾ ਜੇਲ੍ਹ 'ਤੇ, ਬੜਾ ਸਕਸੈਸਫੁਲ ਐਕਸਪੈਰੀਮੈਂਟ ਚੱਲਿਆ। ਉਹ ਸਾਨੂੰ ਕਰਨਾ ਪਏਗਾ। ਕਾਂਗਰਸ 'ਚ 2 ਨਾਮ ਚੱਲ ਰਹੇ ਸੀ ਛੱਡ ਕੇ ਜਾਣ ਦੇ ਲਈ। ਸੋਨੀ ਸਾਹਿਬ ਹੋਰਾਂ ਦਾ ਤਾਂ ਬਿਆਨ ਆ ਗਿਆ, ਵੇਰਕਾ ਸਾਹਿਬ ਦਾ ਵੀ ਜਿਹੜਾ ਨਾਮ ਚੱਲ ਰਿਹਾ ਕਿ ਛੱਡ ਕੇ ਜਾਣ ਦੀ ਜਿਹੜੀ ਤਿਆਰੀ ਦੇ ਵਿੱਚ ਹੈ। ਕੀ ਸਮਝਦੇ ਹੋ ਕਿ ਇਹਦੇ 'ਚ ਇੱਕ ਚੀਜ਼ ਕਹਿਣੀ ਚਾਹੁੰਦਾ ਕਿ ਜਿਹੜੀਆਂ ਪਾਰਟੀਆਂ 'ਚੋਂ ਬਹੁਤ ਕੁਛ ਲਿਆ ਹੋਵੇ ਅਤੇ ਉਹਨਾਂ ਨੂੰ ਔਖੀ ਵੇਲੇ ਛੱਡਣਾ ਬੇਸ਼ਰਮੀ ਵਾਲੀ ਗੱਲ ਆ। ਜਿਹੜੀਆਂ ਪਾਰਟੀਆਂ ਕੋਲ ਏਡੇ ਏਡੇ ਉੱਚੇ ਅਹੁਦਿਆਂ 'ਤੇ ਰਹਿ ਗਏ, ਅਤੇ ਯਾਰ ਜੇ 5 ਸਾਲ ਨਹੀਂ ਵੀ ਬਣਾਂਗੇ, ਜੇ 20-20 ਸਾਲ ਬਣਦੇ ਰਹੇ ਆ, ਅਤੇ ਜੇ ਹੁਣ ਮੈਂ 62 ਦਾ, ਅਤੇ ਜੇ ਨਾਮ ਵੀ ਅੱਗੇ ਬਣਾਂਗਾ ਤਾਂ ਕੀ ਹੋ ਜਾਏਗਾ? ਕਾਂਗਰਸ ਪਾਰਟੀ ਨੇ ਮੈਨੂੰ ਟਿਕਟ ਦਿੱਤੀ, ਹਾਰਿਆ ਮੈਂ ਆ, ਅਤੇ ਪਾਰਟੀ ਦਾ ਕੀ ਕਸੂਰ ਆ?
ਰਾਜਨੀਤੀ ਦਾ ਪੱਧਰ ਵੀ ਨੀਚੇ ਗਿਰਿਆ, ਮੌਕੇ ਦੀ ਰਾਜਨੀਤੀ ਹੋ ਗਈ। ਮੌਕੇ ਦੀ ਰਾਜਨੀਤੀ ਨੇ ਪੱਧਰ ਜਿਹੜਾ ਬਹੁਤ ਗੇਰ ਦਿੱਤਾ ਔਰ ਖਾਸ ਕਰਕੇ ਇਸ ਪਾਰਟੀ ਨੇ ਆ ਜਿਹੜੀ ਹੁਣ ਵਾਲੀ ਗਵਰਨਮੈਂਟ ਆ ਇਹਨੇ ਇਹੋ ਜਿਹੀਆਂ ਗੱਲਾਂ ਪੋਲੀਟੀਕਲ ਬੰਦਿਆਂ ਲਈ ਕੀਤੀਆਂ ਨੇ ਕਿ ਜਿਨ੍ਹਾਂ ਦੇ ਪਰਿਵਾਰਾਂ ਨੇ ਬਹੁਤ ਕੁਝ ਕੀਤਾ ਤੇ ਅੱਜ ਸਾਨੂੰ ਵੀ ਸ਼ਰਮ ਆਉਂਦੀ ਆ ਕਿ ਯਾਰ ਇਹ ਜਿੱਦਾਂ ਦੀਆਂ ਗੱਲਾਂ ਕਰਦੇ ਨੇ ਤੇ ਇਹ ਪੋਲਿਟਿਕਸ ਹੀ ਛੱਡ ਦੇਣੀ ਚਾਹੀਦੀ ਆ। ਜਿਹੜੇ ਲੋਕ ਪਾਰਟੀਆਂ ਬਦਲ ਕੇ ਕੋਈ ਬੀਜੇਪੀ ਦੇ ਵਿੱਚ ਜਾ ਰਿਹਾ, ਕਾਂਗਰਸ ਚੋਂ, ਤਾਂ ਉਹ ਆਮ ਆਦਮੀ ਕਰਕੇ ਉਹ ਤੇ ਠੀਕ ਆ, ਉਹਨਾਂ ਦੇ ਜਿੱਦਾਂ ਗਵਰਨਮੈਂਟ ਹਿਊਮਿਲੇਟ ਕਰਦੀ ਆ, ਮਿਸਿਸ ਪੱਠਲ ਨੂੰ ਕਰ ਲਓ, ਉਹ ਮੇਰੇ ਕੋਲ ਕਹਿੰਦੇ ਜੀ ਰੰਧਾਵੇ ਦੀ ਗੱਡੀ ਨਹੀਂ ਦਿੰਦਾ, ਯਾਰ ਕਮਾਲ ਹੋ ਗਈ ਆ। ਤੁਸੀਂ ਅੱਜ ਵੀ ਦੇਖੋ ਕਿ ਜਿਹੜੀ ਮਿਲਦੀ ਆ ਨਾ ਸਾਨੂੰ, ਉਹ ਮੈਂਟ ਫॉर ਇਹਦੇ ਲਈ ਸਿਕਿਉਰਿਟੀ, ਨਾ ਕਿ ਸੁਖਜਿੰਦਰ ਸਿੰਘ ਰੰਧਾਵੇ ਨੇ ਉਹਦੇ 'ਚ ਬੈਠਣਾ। ਜਾ ਕੇ ਬਾਹਰ ਦੇਖੋ ਮੇਰੇ ਉੱਥੇ ਜਿਹੜੀ ਇਨੋਵਾ ਜਿਹੜੀ ਮਿਲੀ ਆ ਉਹਦੇ ਉੱਤੇ ਪੁਲਿਸ ਲਿਖਿਆ, ਮੈਂ ਉਹਦੇ 'ਚ ਗਨਮੈਨ ਬੈਠਦੇ ਨੇ। ਤੁਸੀਂ ਜਾ ਕੇ ਬਾਹਰੋਂ ਹੀ ਪੁੱਛ ਲਿਓ ਕਿ ਉਹ ਰੰਧਾਵਾ ਬੈਠਦਾ ਇਹਦੇ 'ਚ ਕਿ ਗਨਮੈਨ ਬੈਠਦੇ ਹੋ, ਪੁੱਛ ਲਿਓ, ਮੈਂ ਤਾਂ ਅੰਦਰ ਹੀ ਬੈਠਾ। ਉਹਦੇ ਗਨਮੈਨਾਂ ਦੀ ਆਉਂਦੀਆਂ ਨੇ, ਨਾ ਕਿ ਸਾਡੇ ਲਈ ਆਉਂਦੀਆਂ ਨੇ। ਅਤੇ ਇਹ ਕਹਿੰਦੇ ਰੰਧਾਵੇ ਨੇ ਨਹੀਂ ਕੀਤੀ, ਕਮਾਲ ਹੋ ਗਈ ਯਾਰ। ਇਹੋ ਜਿਹੀਆਂ ਗੱਲਾਂ ਕਰਨੀਆਂ, ਅਖਲਾਕ ਤੋਂ ਗਿਰੀਆਂ ਗੱਲਾਂ ਕਰਨੀਆਂ, ਦੁੱਖ ਲੱਗਦਾ ਕਿ ਅਸੀਂ ਇੰਨੇ ਹੀ ਗਿਰ ਗਏ ਹਾਂ ਕਿ ਸਰਕਾਰੀ ਗੱਡੀ ਜਿਹੜੀ ਗਨਮੈਨਾਂ ਦੀ ਬੈਠਣ ਹੋਏਗੀ ਉਹਦੇ 'ਚ ਅਸੀਂ ਬੈਠਾਂਗੇ। ਇਹ ਆਪਣੇ ਐਮਐਲਏ ਨੂੰ ਚੈੱਕ ਕਰਨ, ਸਾਨੂੰ ਨਾ ਚੈੱਕ ਕਰਨ। ਮੈਨੂੰ ਲੱਗਦਾ ਕਿ ਜਦੋਂ ਇਲੈਕਸ਼ਨ ਹੋਈ ਸੀ ਉਦੋਂ ਇਲੈਕਸ਼ਨ ਦੋ ਚੀਜ਼ਾਂ ਨੂੰ ਲੈ ਕੇ ਜਿਹੜੀ ਜ਼ਿਆਦਾ ਹੋਈ ਸੀ, ਸਕੂਲਾਂ ਅਤੇ ਹਸਪਤਾਲਾਂ ਨੂੰ, ਪਰ ਹੁਣ ਜਿਹੜੀ ਰਾਜਨੀਤੀ ਹੋ ਰਹੀ ਹੈ ਉਹ ਸਿਕਿਉਰਿਟੀ ਨੂੰ ਲੈ ਕੇ। ਵੇਖੋ ਇਹ ਬੜੀ ਬਦਕਿਸਮਤੀ ਆ। ਸਕੂਲਾਂ ਦਾ ਤੁਸੀਂ ਦੇਖ ਹੀ ਲਿਆ, ਕੇਜਰੀਵਾਲ ਦਾ ਸਿਸਟਮ ਫੇਲ ਹੋ ਗਿਆ, ਪੰਜਾਬ ਇੱਕ ਨੰਬਰ 'ਤੇ ਆ ਗਿਆ। ਉਦੋਂ ਵੀ ਇਹ ਮੁੱਦਾ ਹੋਣਾ ਚਾਹੀਦਾ ਸੀ ਕਿ ਅਸੀਂ ਸਿਕਿਉਰਿਟੀ ਇਸ ਤਰੀਕੇ ਦੇ ਨਾਲ ਦੇਵਾਂਗੇ। ਇੱਕ ਮਿੰਟ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ, ਆਪਾਂ ਫਿਰ ਕਨਫਿਊਜ਼ ਨਾ ਲੋਕਾਂ ਨੂੰ ਕਰੀਏ। ਸਿਕਿਉਰਿਟੀ ਕੋਈ ਸਟੇਟਸ ਸਿੰਬਲ ਨਹੀਂ। ਤੁਸੀਂ ਇੱਕ ਦਿਨ ਹੀ ਰਹਿ ਕੇ ਦੇਖ ਲਿਓ, ਜਿਹੜੇ ਸਿਕਿਉਰਿਟੀ ਮੈਨ ਨੇ ਇਹਨਾਂ ਦੇ, ਇਹ ਵਿਚਾਰੇ ਜੇ ਮੇਰੇ ਪਿੰਡ ਜਾਂਦੇ ਨੇ ਉੱਥੇ ਕਿਹੜੀ ਇਹਨਾਂ ਨੂੰ ਮਗਰ ਰੋਟੀ ਜਾਏਗੀ ਕਿ CRPF ਵਾਂਗੂ ਸਾਨੂੰ ਘਰੋਂ ਖੋਣੀ ਪਏਗੀ ਨਾ। ਅਤੇ ਇਹ ਸਟੇਟਸ ਸਿੰਬਲ ਆ, ਚੀਕਾਂ ਨਿਕਲ ਜਾਂਦੀਆਂ ਜਿਹਨੂੰ ਸਿਕਿਉਰਿਟੀ ਮਿਲੀ ਹੁੰਦੀ ਆ, ਉਹਨੂੰ ਪਤਾ ਕਿ ਕਿੱਦਾਂ ਰੱਖਦੇ ਆ। ਅਤੇ ਜਿਹੜਾ VVIP ਕਲਚਰ, ਕਮਾਲ ਹੋ ਗਿਆ। ਅਤੇ ਮੁੱਖ ਮੰਤਰੀ ਸਾਹਿਬ ਤੁਸੀਂ ਬਣੋ ਫਿਰ ਆਮ ਆਦਮੀ ਬਣੋ। 1980 ਤੋਂ ਜਿਹੜੇ 80 'ਚ ਚੀਫ ਮਿਨਿਸਟਰ ਬਣਦੇ ਇੱਕ ਗੱਡੀ ਰੱਖਦੇ ਸੀ, ਬਣੋ। ਤੁਸੀਂ ਕੋਈ ਨਹੀਂ ਫੌਜ ਲੈ ਕੇ ਤੁਰੇ ਫਿਰਦੇ ਹੋ, ਕਿਉਂ ਰਾਘਵ ਚੱਡਾ ਨੂੰ ਦਿੱਤੀ ਆ, ਕਿਉਂ 90 ਬੰਦੇ ਕੇਜਰੀਵਾਲ ਨੂੰ ਭੇਜ ਦਿੱਤੇ ਆ, ਕਿਉਂ ਜਰਨੈਲ ਸਿੰਘ ਨੂੰ 25 ਆਦਮੀ ਭੇਜੇ ਨੇ। ਬਣੋ ਦੇਸ਼ ਭਗਤ, ਬਣੋ ਇਨਕਲਾਬੀ, ਬਣੋ ਭਗਤ ਸਿੰਘ ਦੇ ਚੇਲੇ। ਇਨਕਲਾਬ ਜਿੰਦਾਬਾਦ, ਇਹਦੇ ਨਾਲ ਤਾਂ ਨਹੀਂ ਇਨਕਲਾਬ ਆਉਣਾ। ਫਿਰ ਕਰੋ ਪੰਜਾਬ ਦੀ ਸੇਵਾ। ਕਿਉਂ ਪੰਜਾਬ 'ਚ ਮਰਨ ਦਿੰਦੇ ਹੋ ਲੋਕਾਂ ਨੂੰ? ਕਿਉਂ ਨਹੀਂ ਨਿਕਲਦੇ 6 ਵਜੇ ਤੋਂ ਬਾਅਦ? ਮੈਂ ਹੋਮ ਮਿਨਿਸਟਰ ਸੀ, ਮੈਂ ਰਾਤ ਫਿਰਦਾ ਰਿਹਾ ਬਾਰਡਰ ਦੇ ਉੱਤੇ, ਅਤੇ ਇਹ ਨਿਕਲੇ ਹਾਂ ਬਾਹਰ 6 ਵਜੇ ਤੋਂ ਬਾਅਦ, ਫਿਰੇ ਜਾ ਕੇ ਬਾਰਡਰ ਦੇ ਉੱਤੇ ਸਾਰਾ ਬਾਰਡਰ ਤੁਸੀਂ ਵੀ ਵੇਖਿਆ। ਮੈਂ ਰਾਤ ਨਿਕਲਿਆ, ਸਾਰੇ ਬਾਰਡਰ ਚੈੱਕ ਕੀਤੇ। ਮੈਂ ਕਿ ਕੀ ਕਿਤੇ ਕੋਈ ਗੱਲ ਨਾ ਜੇ, ਮੈਨੂੰ ਪਤਾ ਹੀ ਇਲੈਕਸ਼ਨਸ ਆ ਰਹੀਆਂ ਨੇ, ਬੜਾ ਕੁਝ ਹੋ ਸਕਦਾ। ਸਮਾਂ ਦੇਣ ਦੇ ਲਈ ਬਹੁਤ ਬਹੁਤ ਧੰਨਵਾਦ। ਇਹ ਸਨ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਜਿਨ੍ਹਾਂ ਦਾ ਇਹ ਕਹਿਣਾ ਕਿ ਜ਼ਰੂਰ ਜਿਹੜੀਆਂ ਪੰਜਾਬ ਦੇ ਅੰਦਰ ਵੋਟਾਂ ਹੋਈਆਂ ਸੀ ਉਹ ਐਜੂਕੇਸ਼ਨ ਅਤੇ ਹੈਲਥ ਨੂੰ ਲੈ ਕੇ ਹੋਈਆਂ ਸੀ, ਪਰ ਜਿਹੜੀ ਰਾਜਨੀਤੀ ਹੋ ਰਹੀ ਹੈ ਪੰਜਾਬ ਦੇ ਅੰਦਰ ਉਹ ਸੁਰੱਖਿਆ ਸਿਕਿਉਰਿਟੀ ਨੂੰ ਲੈ ਕੇ ਹੋ ਰਹੀ ਹੈ। ਤੁਸੀਂ ਵੀ ਆਪਣੀ ਕੀਮਤੀ ਸੁਝਾਅ ਸਾਨੂੰ ਨੀਚੇ ਦਿੱਤੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਦਿਓ, ਅਤੇ ਜੇ ਸਾਡੀਆਂ ਕੋਈ ਖਾਮੀਆਂ ਹੁੰਦੀਆਂ ਨੇ ਸਾਨੂੰ ਵੀ ਜ਼ਰੂਰ ਦੱਸਿਓ ਕਿ ਇਹ ਸਾਡੀਆਂ ਗਲਤੀਆਂ ਨੇ, ਤਾਂ ਜੋ ਅਸੀਂ ਉਹਨਾਂ ਗਲਤੀਆਂ ਨੂੰ ਸੁਧਾਰ ਸਕੀਏ। ਕੈਮਰਾਮੈਨ ਬੰਤੇਸ਼ ਦੇ ਨਾਲ ਮੈਂ ਸ਼ਸ਼ਵ ਨਾਗਰਾ, ਚੰਡੀਗੜ੍ਹ।